ਸਤਿ ਸ਼੍ਰੀ ਅਕਾਲ। ਫਾਸਟ ਵੇ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸਾਂਝਵੀਰ ਸਿੰਘ। ਸੋ ਅਸੀਂ ਗੱਲ ਕਰਨ ਜਾ ਰਹੇ ਹਾਂ ਬਜਟ ਨੂੰ ਲੈ ਕੇ। ਜੀ ਹਾਂ, ਵਪਾਰੀ ਵਰਗ ਨੂੰ ਆਖਿਰਕਾਰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 2020 ਦੀ ਗੱਲ ਕਰੀਏ ਤੇ 2020 ਸਾਰੀ ਦੁਨੀਆ ਵਾਸਤੇ ਹੀ ਬਹੁਤ ਹੀ ਖਤਰਨਾਕ ਸਾਬਿਤ ਹੋਇਆ, ਬਹੁਤ ਹੀ ਦੁੱਖ ਵਾਲਾ ਸਾਬਿਤ ਹੋਇਆ। ਵਪਾਰੀ ਵਰਗ ਵੀ ਕਾਫੀ ਗ੍ਰਾਫ ਜਿਹੜਾ ਕਿ ਉਹਨਾਂ ਦਾ ਥੱਲੇ ਗਿਰਿਆ। ਇਸ ਨੂੰ ਲੈ ਕੇ ਜਿਹੜਾ 2020 ਦਾ ਬਜਟ ਸੀ ਤੇ ਜਿਹੜਾ ਹੁਣ 2021 ਦਾ ਬਜਟ ਆ ਰਿਹਾ, ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਆਏ ਹਾਂ ਜਲੰਧਰ ਦੀ ਸਪੋਰਟਸ ਮਾਰਕੀਟ ਵਿਖੇ। ਜੀ ਹਾਂ, ਦੁਕਾਨਦਾਰਾਂ ਨਾਲ ਅਸੀਂ ਵਪਾਰੀ ਵਰਗ ਨਾਲ ਗੱਲਬਾਤ ਕਰਾਂਗੇ, ਆਖਿਰਕਾਰ ਉਹਨਾਂ ਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਂਜੀ ਸਰ, ਕੀ ਨਾਂ ਜੀ ਤੁਹਾਡਾ? ਜਤਿੰਦਰ ਦੱਤਾ। ਜਤਿੰਦਰ ਦੱਤਾ ਜੀ। ਦੱਤਾ ਸਾਹਿਬ, ਜਿਵੇਂ ਕਿ ਬਜਟ 2020 ਕਿਵੇਂ ਦਾ ਰਿਹਾ, ਪਹਿਲੇ ਤਾਂ ਆਹ ਦੱਸੋ। ਸਰ, ਜਿਹੜਾ 2020 ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਅਸੀਂ ਇਹ ਉਠਾਇਆ ਹੈ ਦੁਕਾਨਦਾਰ ਭਰਾਵਾਂ ਨੇ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹੁਣ ਬਜਟ ਆਵੇ ਉਹ ਦੁਕਾਨਦਾਰਾਂ ਦੇ ਹੱਕ 'ਚ ਆਉਣਾ ਚਾਹੀਦਾ ਜੀ। ਤੇ 2021 ਦਾ ਜਿਹੜਾ ਬਜਟ ਹੈ ਉਹ ਹੱਕ 'ਚ ਆਉਣਾ ਚਾਹੀਦਾ, ਮਤਲਬ 2020 ਦਾ ਬਜਟ ਖਾਸਾ ਕੋਈ ਵਧੀਆ ਨਹੀਂ ਸੀ ਤੁਹਾਡੇ ਲਈ? ਨਾ ਜੀ, ਬਿਲਕੁਲ ਨਹੀਂ ਜੀ। ਜਿਹੜਾ 2021 ਦਾ ਬਜਟ ਆ ਰਿਹਾ, ਕੀ ਮਤਲਬ ਹੋਣਾ ਚਾਹੀਦਾ ਇਹਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ, ਕਿਹੜਾ ਕਿ ਵਪਾਰੀ ਵਰਗ ਨੂੰ ਨੁਕਸਾਨ ਨਾ ਝੇਲਣਾ ਪਵੇ? ਅੱਛਾ ਹੋਣਾ ਚਾਹੀਦਾ ਜੀ, ਇਹਨਾਂ ਦੇ ਹੱਕ 'ਚ ਹੋਣਾ ਚਾਹੀਦਾ। ਜੋ ਵੀ ਹੋਵੇ ਇਹਨਾਂ ਦੇ ਹੱਕ 'ਚ ਕਰਨ, ਗੌਰਮੈਂਟ ਕਰੇਗੀ ਸਾਡੇ ਹੱਕ 'ਚ, ਸਾਨੂੰ ਉਮੀਦ ਹੈ। ਅਸੀਂ ਜਲੰਧਰ ਸਪੋਰਟਸ ਮਾਰਕੀਟ ਵਿਖੇ ਆਏ ਤੇ ਹੁਣ ਅਸੀਂ ਭਾਈ ਸਾਹਿਬ ਕੋਲ ਪਹੁੰਚੇ ਹਾਂ ਜੀ। ਕੀ ਨਾਂ ਜੀ ਤੁਹਾਡਾ? जी, मेरा नाम अक्षय अरोड़ा है जी। ਅਕਸ਼ੇ ਅਰੋੜਾ ਜੀ ਕੋ ਆਏ ਆ ਜੀ। ਦੇਖਿਆ ਗਿਆ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਹਰ ਇੱਕ ਵਰਗ ਨੂੰ ਕਾਫੀ ਨੁਕਸਾਨ ਝੇਲਣਾ ਪਿਆ। ਤੇ ਜੇ ਗੱਲ ਕੀਤੀ ਜਾਵੇ ਬਜਟ ਦੀ, 2020 ਦੇ ਬਜਟ ਦੇ ਵਿੱਚ ਤੇ 2021 ਦਾ ਜਿਹੜਾ ਬਜਟ ਆਉਣ ਵਾਲਾ ਹੈ, ਉਹਦੇ ਵਿੱਚ ਕੀ ਡਿਫਰੈਂਸ ਹੋਣੇ ਚਾਹੀਦੇ ਨੇ ਤੇ ਵਪਾਰੀ ਵਰਗ ਨੂੰ ਕੀ ਲਾਭ ਮਿਲੇ ਨੇ, ਕੀ ਨੁਕਸਾਨ ਹੋਏ ਨੇ, ਉਸ 'ਤੇ ਗੱਲਬਾਤ ਕਰਾਂਗੇ। ਸਰ, ਅਸੀਂ ਗੱਲਬਾਤ ਕਰਾਂਗੇ 2020 ਦਾ ਬਜਟ ਕਿਵੇਂ ਦਾ ਰਿਹਾ। सर, बजट ठीक ठाक रहा, पर जो सानू व्यापार दे रिलेटेड जो दिक्कतां काफ़ी आईयां, चलो आने वाले बजट तो आपां ये उम्मीद करते हैं कि वो इस तरीके का होए कि साडे सेहत संबंधी चीज़ां जिवें स्पोर्ट्स है इनू प्रैफरेंस दी जाए। तुहानू जिद्दां कि पता ही है, करोना ने उसनू पकड़िया जिंदे को सेहत की कमी सी, जो कमज़ोर सी, जिन्हों कोई डायबिटिक सी। लोग सेहत के प्रति जागरूक नहीं है। मैं चाहना कि भाई बजट इस तरीके ना होए कि स्पोर्ट्स ਨੂੰ ਪ੍ਰਮੋਟ ਕੀਤਾ ਜਾਏ। ਜਿਵੇਂ ਯੋਗਾ ਨੂੰ ਪ੍ਰਮੋਟ ਕੀਤਾ ਜਾਂਦਾ, ਯੋਗਾ ਡੇ ਕੀਤਾ ਜਾਂਦਾ, ਉਸੇ ਤਰ੍ਹਾਂ ਮੋਰ ਐਂਡ ਮੋਰ ਐਮਫਸਿਸ ਔਨ ਸਪੋਰਟਸ ਰਿਲੇਟਿਡ ਐਕਟੀਵਿਟੀਜ਼ ਇਨ ਸਕੂਲਸ, ਇਨ ਐਵਰੀ ਇੰਸਟੀਟਿਊਸ਼ਨ, ਜਿਹਦੇ ਨਾਲ ਕਿ ਸਾਡੀ ਸੇਲ ਵੀ ਵਧੇਗੀ ਨੋ ਡਾਊਟ। ਔਰ ਕੁਝ ਟੈਕਸੇਸ਼ਨ ਇਸ ਤਰੀਕੇ ਨਾਲ ਕੀਤੀ ਜਾਏ ਕਿ ਭਾਈ ਇੱਕ ਆਮ ਬੰਦਾ ਸਾਡੇ ਕੋਲੋਂ माल खरीदे और खुश होकर खरीदे। यह ना होए कि 18% 28% GST होए, GST घट्टो घट्ट दर ते होए ताकि उन्होंने सस्ता मिले माल, वो खरीदे, अपने बच्चे ਨੂੰ कुछ लैके देवे और ਇਹਨੂੰ ਜ਼ਰੂਰੀ ਵਸਤੂ ਦੇ ਤੌਰ ਤੇ ਮੰਨਿਆ ਜਾਣਾ ਚਾਹੀਦਾ। ਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਜਲੰਧਰ ਦੀ ਸਪੋਰਟਸ ਮਾਰਕੀਟ ਦੇ ਜੋ ਪ੍ਰਧਾਨ ਨੇ ਰਵਿੰਦਰ ਧੀਰ ਜੀ। ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਕੋਲ ਜਾਣਾਂਗੇ ਆਖਿਰਕਾਰ 2020 ਦੇ ਬਜਟ ਤੇ ਜਿਹੜਾ 2021 ਦਾ ਬਜਟ ਆ ਰਿਹਾ, ਇਸ ਨੂੰ ਲੈ ਕੇ ਕੀ ਚੇਂਜਿਸ ਹੋਣੇ ਚਾਹੀਦੇ ਨੇ ਸਰਕਾਰ ਵੱਲੋਂ, ਮਤਲਬ ਕੀ ਲਾਗੂ ਕਰਨਾ ਚਾਹੀਦਾ ਤੇ ਉਹਨਾਂ ਦੀਆਂ ਮੰਗਾਂ ਕੀ ਨੇ। ਅਸੀਂ ਗੱਲਬਾਤ ਕਰਦੇ ਹਾਂ, ਬਣੇ ਰਹੋ। ਫਾਸਟ ਵੇ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸਾਂਝਵੀਰ ਸਿੰਘ। ਜਿਵੇਂ ਕਿ 2000 ਬੀਤ ਚੁੱਕਾ ਹੈ ਤੇ 2021 ਦੇ ਵਿੱਚ ਅਸੀਂ ਸ਼ੁਰੂਆਤ ਕਰ ਚੁੱਕੇ ਹਾਂ ਤੇ ਇਸ ਨੂੰ ਲੈ ਕੇ 2020 ਦੇ ਵਿੱਚ ਆਖਿਰ ਕੀ ਬਜਟ ਸੀ ਤੇ ਉਸ ਬਜਟ ਦੇ ਨਾਲ ਵਪਾਰੀ ਵਰਗ ਨੂੰ ਕੀ ਨੁਕਸਾਨ, ਕੀ ਫਾਇਦੇ ਹੋਏ ਨੇ। ਤੇ ਹੁਣ 2021 ਦਾ ਜੋ ਬਜਟ ਹਾਲੇ ਪੇਸ਼ ਹੋਣਾ ਹੈ, ਉਸ ਤੋਂ ਪਹਿਲਾਂ ਅਸੀਂ ਜਲੰਧਰ ਦੀ ਫੇਮਸ ਮਾਰਕੀਟ, ਜਿਹੜਾ ਕਿ ਇੱਥੋਂ ਸਪੋਰਟਸ ਦੀ ਹਰ ਇੱਕ ਵੈਰਾਈਟੀ ਇੱਥੋਂ ਇੰਟਰਨੈਸ਼ਨਲ ਤਰੀਕੇ ਨਾਲ ਜਿਹੜੀ ਜਾਂਦੀ ਹੈ ਬਾਹਰ, ਦਿੱਲੀ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ, ਸਭ ਕੁਝ ਜਲੰਧਰ ਤੋਂ ਹੀ ਮੇਨ ਜਾਂਦਾ ਹੈ। ਅਸੀਂ ਇੱਥੇ ਹੁਣ ਆਏ ਹਾਂ ਐਸੋਸੀਏਸ਼ਨ ਜਿਹੜੀ ਹੈ ਸਪੋਰਟਸ ਮਾਰਕੀਟ ਦੀ, ਉੱਥੋਂ ਦੇ ਜਿਹੜੇ ਮੇਨ ਪ੍ਰਧਾਨ ਨੇ ਰਵਿੰਦਰ ਧੀਰ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਆਏ ਹਾਂ ਆਖਿਰ ਵਪਾਰੀ ਵਰਗ ਨੂੰ ਬਜਟ ਨੂੰ ਲੈ ਕੇ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਤੇ ਹੁਣ ਸਾਡੇ ਨਾਲ ਮੌਜੂਦ ਨੇ ਰਵਿੰਦਰ ਧੀਰ ਜੀ। ਸਰ, ਪਹਿਲਾਂ ਤਾਂ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਿਊਜ਼ ਚੈਨਲ ਫਾਸਟ ਵੀਡੀਓ ਜੀ। ਧੰਨਵਾਦ ਜੀ, ਥੈਂਕ ਯੂ ਤੁਹਾਡਾ ਜੀ। ਰਵਿੰਦਰ ਧੀਰ ਜੀ, ਜਿਵੇਂ ਕਿ 2020 ਦਾ ਬਜਟ ਸੀ ਜਾਂ ਉਸ ਤੋਂ ਪਹਿਲੇ ਬਜਟ ਸੀ, ਪਹਿਲੇ ਬਜਟਾਂ ਦੇ ਵਿੱਚ ਤੁਹਾਨੂੰ ਕੀ ਨੁਕਸਾਨ ਝੇਲਣੇ ਪਏ ਨੇ ਜਾਂ ਤੁਹਾਨੂੰ ਕੀ ਦਿੱਕਤਾਂ ਆਈਆਂ ਨੇ ਜਾਂ ਕੀ ਫਾਇਦੇ ਹੋਏ ਨੇ, ਉਹਨਾਂ ਨੂੰ ਲੈ ਕੇ ਤੁਸੀਂ ਵਿਸਥਾਰਪੂਰਵਕ ਸਾਨੂੰ ਜਾਣਕਾਰੀ ਦੇ ਸਕਦੇ ਹੋ? ਦੇਖੋ, ਜਿਹੜੇ ਤਾਂ ਪਿਛਲੇ ਬਜਟ ਹੈਗੇ ਆ ਉਹਨਾਂ ਦੇ ਵਿੱਚ ਤਾਂ ਟਰੇਡ ਇੰਡਸਟਰੀ ਜਿਹੜੀ ਹੈ ਇਗਨੋਰ ਹੀ ਹੋਈ ਹੈ ਹਮੇਸ਼ਾ। ਪਿਛਲੇ ਕਈ ਸਾਲਾਂ ਤੋਂ ਰੁਝਾਨ ਰਿਹਾ, ਜਿਹੜਾ ਯੂਨੀਅਨ ਬਜਟ ਹੈ ਉਹ ਇੰਡਸਟਰੀ ਫਰੈਂਡਲੀ ਨਹੀਂ ਰਿਹਾ ਕਦੇ ਵੀ। ਔਰ ਜਿਹੜਾ ਮਤਲਬ ਆਉਣ ਵਾਲਾ ਹੁਣ ਬਜਟ ਹੈ, ਕੇਂਦਰ ਦੀ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਕੋਵਿਡ ਪੀਰੀਅਡ ਲਾਕਡਾਊਨ ਹੋਇਆ, ਕਾਰੋਬਾਰ ਬੰਦ ਰਿਹਾ ਔਰ ਅੱਜ ਦੇ ਪਟਰੀ 'ਤੇ ਨਹੀਂ ਹੈ, ਆਵਾਗਮਨ ਦੇ ਸਾਧਨ ਨਹੀਂ ਹੈ, ਟਰਾਂਸਪੋਰਟੇਸ਼ਨ ਨਹੀਂ ਹੈ ਔਰ ਸਪੋਰਟਸ ਇੰਡਸਟਰੀ ਜਿਹੜੀ ਹੈ ਪੂਰੇ ਹਿੰਦੁਸਤਾਨ ਭਰ ਦੇ ਵਿੱਚ
ਇੱਥੋਂ ਮਾਲ ਜਾਂਦਾ ਹੈ ਔਰ ਲਗਭਗ ਹਰ ਸਟੇਟ ਦੇ ਵਿੱਚ ਇੱਥੋਂ ਸਾਡੇ ਲੋਕ ਜਿਹੜੇ ਆ ਟੂਰਿੰਗ ਕਰਦੇ ਹੈਗੇ ਆ ਆਰਡਰਸ ਵਾਸਤੇ, ਪੇਮੈਂਟ ਵਾਸਤੇ। ਉਹ ਮਾਰਚ ਮਹੀਨੇ ਤੋਂ ਬੰਦ ਪਿਆ ਔਰ ਦੂਸਰਾ ਆਰਡਰਸ ਵੀ ਅਕੋਰਡਿੰਗਲੀ ਘੱਟ ਹੈਗੇ ਆ, ਕਿਉਂਕਿ ਜੇ ਪੇਮੈਂਟਸ ਨਹੀਂ ਆ ਲੋਕ ਜਾ ਆ ਨਹੀਂ ਰਹੇ, ਆਵਾਗਮਨ ਦੇ ਸਾਧਨ ਅੱਜ ਦੇ ਸੁਚਾਰੂ ਰੂਪ ਨਾਲ ਨਹੀਂ ਚੱਲੇ ਹੈਗੇ। ਔਰ ਜਿਹੜਾ ਆਉਣ ਵਾਲਾ ਬਜਟ ਹੈ, ਕੇਂਦਰ ਦੀ ਸਰਕਾਰ ਨੂੰ ਜਿਹੜੀ ਸਮਾਲ ਸਕੇਲ ਕਾਟੇਜ ਇੰਡਸਟਰੀ ਹੈ ਨਾ, ਉਹਨੂੰ ਪ੍ਰਮੋਟ ਕਰਨ ਲਈ ਕੁਛ ਉਹਦੇ ਲਈ ਕਰਨਾ ਚਾਹੀਦਾ, ਕਿਉਂਕਿ ਸਰਕਾਰ ਨੇ ਘੋਸ਼ਣਾਵਾਂ ਬੜੀਆਂ ਕੀਤੀਆਂ। ਪਿੱਛੇ ਲੋਕਡਾਊਨ ਤੋਂ ਤੁਰੰਤ ਬਾਅਦ ਸਰਕਾਰ ਨੇ ਕਿਹਾ ਜੀ ਅਸੀਂ ਰਾਹਤ ਪੈਕੇਜ ਦੇ ਰਹੇ ਹਾਂ। ਰਾਹਤ ਪੈਕੇਜ ਤਾਂ ਕੋਈ ਨਹੀਂ ਦਿੱਤਾ, ਲੋਨ ਪੈਕੇਜ ਦਿੱਤਾ। ਲੋਕਾਂ ਦੇ ਕਰਜ਼ੇ ਸਮਾਲ ਸਕੇਲ ਦੇ ਹੋਰ ਵਧੇ ਆ, ਬੋਝ ਵਧਿਆ ਉਹਨਾਂ ਦਾ। ਸਰਕਾਰ ਨੂੰ ਕੋਈ ਰਾਹਤ ਪਾਲਿਸੀ ਲਿਆਉਣੀ ਚਾਹੀਦੀ ਹੈ। ਔਰ ਪਰਟੀਕੂਲਰ ਸਪੋਰਟਸ ਇੰਡਸਟਰੀ ਜਿਹੜੀ ਹੈਗੀ ਹੈ, ਇਹਨੂੰ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰਾ ਮਾਰ ਮਾਰੀ ਹੈ ਵਿਦੇਸ਼ੀ ਸਮਾਨ ਨੇ, ਖਾਸ ਕਰ ਚਾਈਨਾ, ਜਾਪਾਨ, ਤਾਈਵਾਨ। ਔਰ ਉਹਨਾਂ ਦਾ ਮੁਕਾਬਲਾ ਕਰਨ ਲਈ ਇਹ ਸક્ષਮ ਨਹੀਂ ਹੈ, ਕਿਉਂਕਿ ਨਾ ਤਾਂ ਸਾਡੇ ਕੋਲ ਲੇਟੈਸਟ ਟੈਕਨੀਕਲ ਨੋ ਹੋ ਹੈਗੀ ਹੈ, ਨਾ ਸਾਡੇ ਕੋਲ ਇੱਥੇ ਰਾ ਮਟੀਰੀਅਲ ਅਵੇਲੇਬਲ ਹੈਗੇ ਆ। ਜ਼ਿਆਦਾਤਰ ਜਿਹੜੇ ਰਾ ਮਟੀਰੀਅਲ ਹੈਗੇ ਆ ਸਾਰੇ ਇੰਪੋਰਟ ਬੇਸ ਹੈਗੇ ਆ, ਮਸ਼ੀਨਰੀ ਤੱਕ ਇੰਪੋਰਟ ਬੇਸ ਹੈਗੀ ਆ। ਔਰ ਜਿਹੜਾ ਇਹ ਇੰਡਸਟਰੀ ਦਾ ਵਜੂਦ ਹੈ, ਉਹ ਇਹ ਆਪਣੇ ਲੋਕ ਆਪਣੇ ਮਿਹਨਤ ਦੇ ਸਦਕਾ ਹੀ ਇਹ ਆਪਣੇ ਰੋਜੀ ਰੋਟੀ ਕਮਾ ਰਹੇ ਆ। ਇੰਡਸਟਰੀ ਉੱਦਾਂ ਪ੍ਰਮੋਟ ਨਹੀਂ ਹੋਈ ਜਿੱਦਾਂ ਇੰਟਰਨੈਸ਼ਨਲ ਲੈਵਲ 'ਤੇ ਹਿੰਦੁਸਤਾਨ ਦਾ ਨਾਂ, ਜਲੰਧਰ ਦਾ ਨਾਂ ਸਪੋਰਟਸ ਵਜੋਂ ਜਾਣਿਆ ਜਾਂਦਾ ਦੁਨੀਆ ਦੇ ਵਿੱਚ। ਉਸ ਹਿਸਾਬ ਨਾਲ ਇੰਡਸਟਰੀ ਪ੍ਰਮੋਟ ਹੀ ਨਹੀਂ ਹੋ ਸਕੀ, ਕਿਉਂਕਿ ਇੱਕ ਤਾਂ ਜਿਹੜਾ ਵਿਦੇਸ਼ੀ ਸਮਾਨ ਖਾਸ ਕਰ ਚਾਈਨਾ, ਜਾਪਾਨ, ਤਾਈਵਾਨ ਦਾ ਜਿਹੜਾ ਸਮਾਨ ਆ ਪੂਰੇ ਹਿੰਦੁਸਤਾਨ 'ਤੇ ਕਾਬਜ਼ ਹੈ, ਉਹਨਾਂ ਦੇ ਪ੍ਰੋਡਕਟ ਆ ਗਏ। ਸਾਨੂੰ ਕੋਈ ਰਿਆਇਤ ਨਹੀਂ ਹੈ, ਕੋਈ ਸਹੂਲਤ ਨਹੀਂ ਹੈ। ਸਰਕਾਰ ਨੇ ਤਾਂ ਲੋਕਡਾਊਨ ਪੀਰੀਅਡ ਦਾ ਇੰਟਰਸਟ ਤੱਕ ਵੀ ਨਹੀਂ ਛੱਡਿਆ। ਸਰਕਾਰ ਨੇ ਈਵਨ EMI ਵੀ ਵਸੂਲ ਲਈਆਂ। ਸਰਕਾਰ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ, ਪਰ ਜ਼ਮੀਨੀ ਹਕੀਕਤ ਉਹਦੇ ਉਲਟ ਹੈਗੀ ਹੈ। ਕਿਉਂਕਿ ਜਦੋਂ ਦੇਖੋ ਕੋਵਿਡ ਪੀਰੀਅਡ ਸੀਗਾ, ਲੋਕਡਾਊਨ ਹੋ ਗਿਆ ਜਾਂ ਖੁੱਲ੍ਹ ਗਿਆ, ਉਸ ਤੋਂ ਬਾਅਦ ਸਰਕਾਰ ਨੇ ਕਿਹਾ ਸੀ ਅਸੀਂ ਘਰੇਲੂ ਉਦਯੋਗ ਨੂੰ ਬਚਾਉਣ ਲਈ ਉਪਰਾਲੇ ਕਰਾਂਗੇ। ਕੋਈ ਰਾਹਤ ਪੈਕੇਜ ਨਹੀਂ ਦਿੱਤਾ ਗਿਆ। ਈਵਨ ਜਿਹੜਾ ਲੋਕਡਾਊਨ ਕੀਤਾ ਗਿਆ ਕੋਵਿਡ ਦੇ ਅਕੋਰਡਿੰਗਲੀ, ਉਹ ਵੀ ਮੈਂ ਸਮਝਦਾ ਪਲੈਨਡ ਹੋਇਆ, ਕਿਉਂਕਿ 15 ਮਾਰਚ ਨੂੰ ਸਾਡੇ ਤੋਂ ਇਨਕਮ ਟੈਕਸ ਦੀਆਂ ਕਿਸ਼ਤਾਂ ਲੈ ਲਈਆਂ ਗਈਆਂ, 20 ਮਾਰਚ ਨੂੰ GST ਲੈ ਲਿਆ ਗਿਆ, ਔਰ ਉਹ ਤੋਂ ਤੁਰੰਤ ਬਾਅਦ 21/22 ਨੂੰ ਲੋਕਡਾਊਨ ਅਨਾਉਂਸ ਕਰਤਾ ਗਿਆ। ਉਸ ਤੋਂ ਬਾਅਦ ਜਿੱਦਾਂ ਹੀ ਲੋਕਡਾਊਨ ਖੁੱਲ੍ਹਦਾ ਹੈ, ਸਰਕਾਰ ਨੇ ਉਵੇਂ ਹੀ ਸਾਰੇ ਟੈਕਸ ਵਸੂਲੇ ਆ, ਚਾਹੇ ਉਹ GST ਹੈ, ਚਾਹੇ ਉਹ ਐਡਵਾਂਸ ਟੈਕਸ ਹੈ, ਚਾਹੇ ਸੂਬੇ ਦੀ ਸਰਕਾਰ ਹੈ, ਈਵਨ ਬਿਜਲੀ ਦੇ ਬਿੱਲ। ਕੋਈ ਕਿਸੇ ਰੂਪ ਦੇ ਵਿੱਚ ਰਾਹਤ ਨਹੀਂ ਮਿਲੀ ਹੈਗੀ। ਮਤਲਬ ਸਭ ਕੁਝ ਇਕੱਠਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇਕੱਠਾ ਕਰਨ ਲਈ ਦੂਜੇ ਨੂੰ ਮਤਲਬ ਚਿੰਤਾ ਦੇ ਪਾਤਾ, ਮਤਲਬ ਆਪਣੇ ਖਜ਼ਾਨੇ ਭਰਨੇ ਸੀ ਇਹਨਾਂ ਨੇ ਪਹਿਲਾਂ ਹੀ। ਦੇਖੋ ਇਸ ਤਰ੍ਹਾਂ ਹੈਗਾ ਕਿ ਸਮਾਲ ਸਕੇਲ ਇੰਡਸਟਰੀ ਜਿਹੜੀ ਨਾ ਕਾਟੇਜ ਇੰਡਸਟਰੀ ਹੈ, ਇੱਕ ਤਾਂ ਆਰਗੇਨਾਈਜ਼ ਸੈਕਟਰ 'ਚ ਨਹੀਂ ਹੈਗੀ। ਔਰ ਇੱਕ ਲੋਕ ਜਿਹੜੇ ਆ ਇਹ ਵਿਚਾਰੇ ਮਿਹਨਤਕਸ਼ ਲੋਕ ਆ, ਇਹ ਤਾਂ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੀ ਰੋਟੀ ਚਲਾ ਰਹੇ ਆ। ਸਾਨੂੰ ਤਾਂ ਲੋੜ ਹੈ ਟੈਕਨੀਕਲ ਨੋ ਹੋ ਦੀ, ਇੱਥੇ ਸਾਨੂੰ R&D ਸੈਂਟਰ ਦੀ ਲੋੜ ਹੈ, ਜਿਹੜਾ ਕਿ ਅਸੀਂ ਬੜੇ ਸਾਲਾਂ ਤੋਂ ਡਿਮਾਂਡ ਕਰਦੇ ਆ ਰਹੇ ਹਾਂ ਕਿ ਇੰਡਸਟਰੀ ਜਿਹੜੀ ਹੈ ਇਹ ਪ੍ਰਫੁੱਲਤ ਹੋ ਸਕਦੀ ਹੈ ਜੇ ਤੁਸੀਂ ਇਹਨੂੰ R&D ਸੈਂਟਰ ਦਿਓ। ਜਿਹੜਾ ਕੱਚਾ ਮਾਲ ਇੰਪੋਰਟ ਹੁੰਦਾ, ਕਿਉਂਕਿ ਬੇਸਿਕਲੀ ਰਾ ਮਟੀਰੀਅਲਸ ਜ਼ਿਆਦਾ ਇੰਪੋਰਟਡ ਹੈਗੇ ਆ, ਤੁਸੀਂ ਉਹਨੂੰ ਡਿਊਟੀ ਫਰੀ ਕਰ ਦਿਓ, ਤਿਆਰ ਮਾਲ 'ਤੇ ਡਿਊਟੀ ਵਧਾ ਦਿਓ ਜਾਂ ਐਂਟੀ ਡੰਪਿੰਗ ਡਿਊਟੀ ਲਗਾ ਦਿਓ। ਜੇ ਘਰੇਲੂ ਉਦਯੋਗ ਨੂੰ ਸਰਕਾਰ ਬਚਾਉਣਾ ਚਾਹੁੰਦੀ ਹੈ, ਘਰੇਲੂ ਉਦਯੋਗ ਤਾਂ ਹੀ ਬਚ ਪਾਏਗਾ ਜੇ ਸਰਕਾਰ ਉਹਦਾ ਹੱਥ ਫੜੇਗੀ। ਔਰ ਹੱਥ ਫੜਨ ਦੇ ਮਾਮਲੇ 'ਚ ਵੈਸੇ ਤਾਂ ਦੋਨੋਂ ਸਰਕਾਰਾਂ ਕੰਜੂਸ ਹੈ, ਨਾ ਸੂਬਾ ਸਰਕਾਰ ਵੱਲੋਂ ਕੋਈ ਇਮਦਾਦ ਹੈ, ਨਾ ਸੈਂਟਰ ਦੀ ਸਰਕਾਰ ਵੱਲੋਂ ਕੋਈ ਇਮਦਾਦ ਹੈ। ਸਾਡੀ ਤਾਂ ਮੰਗ ਹੈ ਕਿ ਸਰਕਾਰ ਬੇਸਿਕ ਜਿਹੜੀ ਕੋਈ ਰਿਆਇਤ ਨਹੀਂ ਕਰਦੀ, ਜਿੰਨਾ ਅਸੀਂ ਕਸ਼ਟ ਭੋਗਿਆ ਨੋਟਬੰਦੀ ਤੋਂ ਬਾਅਦ ਭੋਗਿਆ ਜਾਂ ਕਰੋਨਾ ਤੋਂ ਬਾਅਦ ਭੋਗਿਆ, ਸਰਕਾਰ ਕਮ ਸੇ ਕਮ ਇੱਕ R&D ਸੈਂਟਰ, ਇੱਕ ਜਿਹੜਾ ਰਾ ਮਟੀਰੀਅਲ ਹੈ ਉਹਨੂੰ ਡਿਊਟੀ ਫਰੀ ਕਰ ਦੇਵੇ, ਮਸ਼ੀਨਰੀ ਡਿਊਟੀ ਫਰੀ ਕਰ ਦੇਵੇ, ਤਾਂ ਕਿ ਅਸੀਂ ਕਿਸੇ ਮੁਕਾਬਲੇ 'ਚ ਆ ਸਕੀਏ। ਅਸੀਂ ਇੰਟਰਨੈਸ਼ਨਲ ਲੈਵਲ 'ਤੇ ਮੁਕਾਬਲੇ 'ਚ ਨਹੀਂ ਹੈ। ਇਹ ਤਾਂ ਠੀਕ ਹੈ ਵੀ ਇੰਡਸਟਰੀ ਉਵੇਂ ਜਿੰਨਾ ਕੁ ਟਰਨਓਵਰ ਹੈ, ਜੇ ਸਰਕਾਰ ਆਂਕੜੇ ਵੇਖਦੀ ਹੈ ਕਿ ਇੰਨਾ ਬਈ ਮੰਨ ਲਓ ਅਸੀਂ ਪਿਛਲੇ ਸਾਲ ਦੀ ਗੱਲ ਕਰਦੇ ਹਾਂ, 1700-1800 ਕਰੋੜ ਦੀ ਇੰਡਸਟਰੀ ਹੈ ਜਲੰਧਰ ਦੀ। ਮੈਂ ਸਮਝਦਾ ਇੰਡਸਟਰੀ ਨੁਕਸਾਨ 'ਚ ਜਾ ਰਹੀ ਹੈ, ਕਿਉਂਕਿ 1700-1800 ਦਾ ਕਰੋੜ ਦਾ ਆਂਕੜਾ ਜਿਹੜਾ ਉਹਦੇ 'ਚ ਟਰੇਡਿੰਗ ਕਿੰਨੀ ਹੈ, ਚਾਈਨਾ ਦੇ ਮਾਲ ਦਾ ਦੀ ਟਰਨਓਵਰ ਕਿੰਨੀ ਹੈ,
ਔਰ ਦੂਸਰਾ ਕੀਮਤਾਂ ਕਿੰਨੀਆਂ ਵਧ ਗਈਆਂ ਪਿਛਲੇ 5-10 ਸਾਲਾਂ 'ਚ ਜੇ ਦੇਖੋ ਕੀਮਤਾਂ ਹੀ 2-2 3-3 4-4 ਗੁਣਾ ਵਧ ਗਈਆਂ। ਟਰਨਓਵਰ ਉਲਟਾ ਘਟ ਰਹੀ ਹੈ ਇੰਡਸਟਰੀ ਦੀ ਔਰ ਲੋਕ ਫਿਰ ਮੈਨੂਫੈਕਚਰਿੰਗ ਨੂੰ ਛੱਡ ਕੇ ਜਾਂ ਤਾਂ ਟਰੇਡਿੰਗ 'ਚ ਆ ਰਹੇ ਆ ਜਾਂ ਸਾਡੇ ਜਿਹੜੇ ਨਵੀਂ ਜਨਰੇਸ਼ਨ ਆ ਉਹ ਇੱਥੇ ਰਹਿਣਾ ਪ੍ਰੈਫਰ ਨਹੀਂ ਕਰ ਰਹੀ। ਸਰਕਾਰ ਨੂੰ ਦੋਨਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ। ਸੋ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਚਲੋ ਇਹ ਤਾਂ ਪਤਾ ਚੱਲ ਗਿਆ ਕਿ ਵਪਾਰੀ ਵਰਗਾ ਜੋ ਪਹਿਲੇ ਸਮੇਂ ਤੋਂ ਲੈ ਕੇ ਹੁਣ ਤੱਕ ਕਾਫੀ ਇਹਨਾਂ ਧੱਕਾ ਹੀ ਕਰਦੀ ਆਈ ਹੈ ਸਰਕਾਰ ਇਹਨਾਂ ਦੇ ਨਾਲ। ਤੇ 2020 ਦਾ ਬਜਟ ਸੀ, ਚਲੋ ਹਾਲਾਂਕਿ ਤੁਹਾਨੂੰ ਦੇਖ ਲਿਆ ਸੀ ਬਹੁਤ ਜਿਹੜੇ ਪੜਾਅ ਔਖੇ ਸੀਗੇ ਕਰੋਨਾ ਵਾਇਰਸ ਨੂੰ ਲੈ ਕੇ, ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦ ਕਿ ਗੌਰਮੈਂਟ ਨੇ ਪਹਿਲਾਂ ਹੀ ਵਪਾਰੀ ਵਰਗ ਤੋਂ ਸਾਰੇ ਮਤਲਬ GST ਬਿੱਲ ਸਾਰਾ ਕੁਝ ਮਤਲਬ ਜਿੰਨੇ ਵੀ ਇਹਨਾਂ ਦੇ ਸੀਗੇ ਉਹ ਰੱਖਣੇ ਸ਼ੁਰੂ ਕਰਤੇ। ਹੁਣ ਜਿਹੜਾ 2021 ਦਾ ਜਿਹੜਾ ਬਜਟ ਇਹਨਾਂ ਨੇ ਪਾਸ ਕਰਨਾ ਹੈ, ਪਹਿਲੇ ਤਾਂ ਇਹ ਕਹਿ ਰਿਹਾ ਕਿ ਜਿਹੜਾ ਅਸੀਂ ਪ੍ਰਿੰਟਿੰਗ ਨਹੀਂ ਕਰਨੀ ਉਸ ਬਜਟ ਦੀ, ਉਸ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਬਜਟ ਪ੍ਰਿੰਟ ਕਰਨਾ ਜਾਂ ਨਹੀਂ ਪ੍ਰਿੰਟ ਹੋਣਾ ਕੋਈ ਐਡਾ ਵੱਡਾ ਮਾਮਲਾ ਨਹੀਂ ਹੈਗਾ। ਮਾਮਲਾ ਇਹ ਹੈ ਕਿ ਇਸ ਵੇਲੇ ਦੇਸ਼ ਨੂੰ ਸੰਕਟ 'ਚੋਂ ਉਭਾਰਨ ਦਾ। ਸੰਕਟ 'ਚੋਂ ਕੌਣ ਉਭਾਰ ਸਕਦਾ? ਕਾਟੇਜ ਇੰਡਸਟਰੀ, ਸਮਾਲ ਸਕੇਲ ਇੰਡਸਟਰੀ। ਸਰਕਾਰ ਕੋ ਰੋਜ਼ਗਾਰ ਦੇ ਸਾਧਨ ਨਹੀਂ ਹੈ, ਸਰਕਾਰ ਕੋ ਨੌਕਰੀਆਂ ਨਹੀਂ ਹੈ। ਪ੍ਰਧਾਨ ਮੰਤਰੀ ਸਾਡੇ ਆਦਰਨੀय ਸ਼੍ਰੀ ਨਰਿੰਦਰ ਭਾਈ ਮੋਦੀ ਕਈ ਵਾਰ ਕਹਿ ਚੁੱਕੇ, ਇੱਕ ਵਾਰ ਤਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਹ ਵੀ ਕਹਿ ਚੁੱਕੇ ਵੀ ਤੁਸੀਂ ਚਾਹ ਪਕੌੜੇ ਵੇਚ ਲਓ, ਵੀ ਰੋਜ਼ਗਾਰ ਉਹ ਵੀ ਰੋਜ਼ਗਾਰ ਆ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ। ਦੂਸਰਾ ਉਹ ਸਰਕਾਰ ਕਈ ਵਾਰੀ ਕਹਿ ਚੁੱਕੀ ਹੈ ਔਰ ਸਰਕਾਰ ਕੋਲ ਇੰਪਲੋਇਮੈਂਟ ਨਹੀਂ ਹੈ। ਇਹ ਜਿਹੜਾ ਸੈਕਟਰ ਹੈਗਾ ਇਹ ਇੰਪਲੋਇਮੈਂਟ ਜਨਰੇਟ ਕਰਦਾ। ਔਰ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਸਪੋਰਟਸ ਇੰਡਸਟਰੀ ਇੱਕ ਮਾਤਰ ਐਸੀ ਇੰਡਸਟਰੀ ਹੈ ਜਿਹੜੀ ਲੱਖ ਲੋਕਾਂ ਨੂੰ ਛੋਟੀ ਜਿਹੀ ਟਰਨਓਵਰ ਦੇ ਵਿੱਚ ਘਰ ਘਰ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਹੈ। ਬਹੁਤ ਸਾਰੀਆਂ ਲੇਡੀਜ਼, ਬਹੁਤ ਸਾਰੇ ਬੱਚੇ ਆਫਟਰ ਸਕੂਲਾਂ ਤੋਂ ਆਉਣ ਤੋਂ ਬਾਅਦ ਆਪਣੇ ਮਾਂ-ਬਾਪ ਦਾ ਹੱਥ ਵਡਾਉਂਦੇ ਆ ਔਰ ਘਰਾਂ ਦੇ ਵਿੱਚ ਰੋਜ਼ਗਾਰ ਵੰਡਦੀ ਹੈ ਇੰਡਸਟਰੀ। ਜੇ ਸਰਕਾਰ ਇਹੋ ਜਿਹੀਆਂ ਇੰਡਸਟਰੀਆਂ ਨੂੰ ਨਹੀਂ ਸੰਭਾਲ ਸਕਦੀ ਜਾਂ ਨਹੀਂ ਸੰਭਾਲਦੀ ਤਾਂ ਮੈਂ ਸਮਝਦਾ ਫਿਰ ਇੰਡਸਟਰੀ ਦਾ ਆਉਣ ਵਾਲਾ ਸਮੇਂ ਬਹੁਤ ਹੀ ਮਾੜਾ। ਮਤਲਬ ਇਹ ਸੀ ਸਾਡੇ ਨਾਲ ਜਲੰਧਰ ਸਪੋਰਟਸ ਇੰਡਸਟਰੀ ਜਿਹੜੇ ਪ੍ਰਧਾਨ ਨੇ ਰਵਿੰਦਰ ਧੀਰ ਜੀ। ਅਸੀਂ ਇਹਨਾਂ ਨਾਲ ਬਜਟ ਦੀ ਗੱਲਬਾਤ ਕੀਤੀ ਤੇ ਇਹਨਾਂ ਨੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ, ਇਸ ਨੂੰ ਲੈ ਕੇ ਨਿਰਾਸ਼ਾ ਪਾਈ ਗਈ। ਆਖਿਰਕਾਰ ਸਰਕਾਰ ਦੇ ਉੱਤੇ ਗੁੱਸਾ ਫੁੱਟ ਕੇ ਨਿਕਲ ਰਿਹਾ ਕਿਉਂਕਿ ਇੰਡਸਟਰੀ ਥੱਲੇ ਤੱਕ ਗ੍ਰਾਫ ਜਿਹੜਾ ਸੁੱਟਦੀ ਜਾ ਰਹੀ ਹੈ ਸਰਕਾਰ। ਸੋ ਸਾਡੀ ਇਹੀ ਪ੍ਰਸ਼ਾਸਨ ਅੱਗੇ ਗੁਹਾਰ ਹੈ ਕਿ ਜੋ ਵੀ ਗ੍ਰਾਫ ਡਿੱਗਦੇ ਨਜ਼ਰ ਆ ਰਹੇ ਇੰਡਸਟਰੀ ਦੇ, ਇਹਨੂੰ ਦੁਬਾਰਾ ਲੈਵਲ 'ਤੇ ਕੀਤਾ ਜਾਵੇ। ਸੋ 2021 ਦੇ ਬਜਟ ਨੂੰ ਲੈ ਕੇ ਜੋ ਖਾਮੀਆਂ ਸੀ ਜਾਂ ਕੁਝ ਵੀ ਗੱਲਬਾਤ ਸੀ ਇਹਨਾਂ ਨੇ ਕੀਤੀ ਹੈ ਤਾਂ ਅੱਗੇ ਵੀ ਕਰਦੇ ਰਹਾਂਗੇ। ਸਾਡੇ ਨਾਲ ਬਣੇ ਰਹੋ। ਫਾਸਟ ਨਿਊਜ਼।